ਸਾਹਿਬ ਜੀਓ। ਸਾਰਗਾ ਮਹੱਲਾ ਪੰਜਵਾ। ਮਨ ਤੇ ਪੈ ਪਉ ਦੂਰ ਪਰਾਇਓ, ਲਾਲ ਦਿਆਲ ਗੁਲਾਲ ਲਾਡਲੇ। ਸਹਿਜ ਸਹਿਜ ਗੁਣ ਗਾਇਓ, ਮਨ ਤੇ ਪੈ ਪਉ ਦੂਰ ਪਰਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗਾ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਮਨ ਤੇ ਪੈ ਪਉ ਦੂਰ ਪਰਾਇਓ, ਮੇਰੇ ਮਨ ਤੋਂ ਚਿੱਤ ਤੋਂ ਉਸ ਦੇ ਅੰਦਰ ਗੁਲਾਲ ਲਾਡਲੇ। ਜਿਸ ਦੇ ਅੰਦਰ ਪਿਆਰੇ ਦਇਆ ਤੇ ਸ਼ਾਂਤੀ ਪੂਰਵਕ ਸਹਿਜ ਸਹਿਜ ਗੁਣ ਗਾਇਓ। ਸੁਤੇ ਸਿੱਧ ਗੁਣਾਂ ਨੂੰ ਗਾਉਣਾ ਕੀਤਾ ਹੈ, ਸੁਤੇ ਸਿੱਧ ਸਹਿਜ ਸਰੂਪ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੌਰ ਬਚਨਾਤ ਕਮਾਦ ਕਿਰਪਾ ਤੇ। ਸਤਿਗੁਰੂ ਸਾਹਿਬ ਜੀ ਦੇ ਬਚਨ ਕਮਾਉਣ ਅਤੇ ਪਰਮੇਸ਼ਰ ਦੇ ਦਇਆ ਦ੍ਰਿਸ਼ਟੀ ਕਰਨ ਤੋਂ ਬਹੁਰ ਨਾ ਕਤਹੂ ਤਾਇਓ। ਕਿਤੇ ਵੀ ਜੂਨਾਂ ਵਿੱਚ ਨਹੀਂ ਧੌਣਾ ਪੈਂਦਾ, ਨਹੀਂ ਦੌੜਨਾ ਹੁੰਦਾ। ਭਾਵ ਜੰਮਣ ਮਰਨ ਦੇ ਚੱਕਰ ਵਿੱਚ ਹੁਣ ਨਹੀਂ ਪੈਣਾ ਪੈਂਦਾ। ਰਹਤੇ ਉਪਾਦ ਸਮਾਦ ਸੁਖ ਆਸਣ। ਜਦ ਸੁੱਖਾਂ ਦੇ ਆਸਨ ਬ੍ਰਹਮ ਦੇ ਵਿੱਚ ਸਮਾਧੀ ਲਾਉਣਾ ਕੀਤੀ। ਭਗਤ ਵਚਲ ਗ੍ਰਹਿ ਪਾਇਓ। ਤਦੋਂ ਮੇਰਾ ਮਨ ਸਾਰੀਆਂ ਉਪਾਧੀਆਂ ਤੋਂ ਰਹਿਤ ਹੋ ਗਿਆ, ਜਾਂ ਜਦ ਮੇਰਾ ਚਿੱਤ ਆਦਿ ਵਿਆਧੀ ਉਪਾਧੀ ਆਦਿ ਕਿਤਾਬ ਤੋਂ ਰਹਿਤ ਹੋ ਗਿਆ, ਤਦ ਸੁਖ ਰੂਪ ਸਿੰਘਾਸਨ ਦੇ ਮਾਲਕ ਪਰਮੇਸ਼ਰ ਵਿੱਚ ਸਮਾਧੀ ਲੱਗ ਗਈ। ਭਾਵ ਬਿਰਤੀ ਜੁੜ ਗਈ ਅਤੇ ਭਗਤ ਵਚਲ ਗ੍ਰਹਿ ਪਾਇਓ। ਭਗਤੀ ਕਰਨ ਵਾਲੇ ਪੁਰਖਾਂ ਦਾ ਪਿਆਰਾ ਹਿਰਦੇ ਰੂਪ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਨਾਦ ਬਿਨੋਦਾ ਕੋਡ ਆਨੰਦਾ। ਸ਼ਰਵਣ ਆਨੰਦ
ਦਰਸ਼ਨ ਆਨੰਦ ਤੇ ਕਰੁਣ ਆਨੰਦ ਭਾਵ ਭੋਗਾਨੰਦ ਜਾਂ ਨਾਦ ਰਾਗਾਂ ਵਿਨੋਦ ਖੇਲ ਅਤੇ ਕਰੁਣਾ ਆਨੰਦ ਪ੍ਰਾਪਤ ਹੋ ਗਏ ਹਨ ਜਾਂ ਨਾਮ ਦਾ ਸ਼ਰਵਣ ਮੰਨਣ ਅਤੇ ਨਿਧਿਆਸਨ ਕਰਕੇ ਕਰੁਣਾ ਆਨੰਦ ਪ੍ਰਾਪਤ ਹੋ ਗਏ ਹਨ। ਸਹਿਜੇ ਸਹਿਜ ਸਮਾਇਓ ਅਤੇ ਗੁਰ ਉਪਦੇਸ਼ ਦੁਆਰਾ ਸਹਿਜੇ ਗਿਆਨ ਦੀ ਪ੍ਰਾਪਤੀ ਕਰਕੇ ਸਹਿਜ ਸ਼ਾਂਤੀ ਸਰੂਪ ਪਰਮੇਸ਼ਰ ਦੇ ਵਿੱਚ ਸਮਾ ਗਏ ਹਾਂ। ਕਰਨਾ ਆਪੇ ਕਰਾਵਨ ਆਪੇ। ਹੁਣ ਐਸੀ ਦਿਵ ਦ੍ਰਿਸ਼ਟੀ ਜਾਗੀ ਹੈ ਕਿ ਸਭ ਕਾਰਜਾਂ ਨੂੰ ਕਰਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ ਅਤੇ ਆਪ ਹੀ ਹੋਰਨਾਂ ਨੂੰ ਪ੍ਰੇਰ ਕੇ ਕਰਾਉਣ ਵਾਲਾ ਹੈ। ਕਹੁ ਨਾਨਕ ਆਪ ਆਪਾਇਓ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਆਪ ਆਪਣਾ ਆਪ ਰੂਪ ਹੀ ਹੈ ਜਾਂ ਆਪ ਹੀ ਜੀਵ ਰੂਪ ਹੈ ਅਤੇ ਆਪ ਈਸ਼ਰ ਰੂਪ ਹੈ ਜਾਂ ਆਪ ਹੀ ਸਾਰਿਆਂ ਤੋਂ ਆਪਾਇਓ ਨਿਰਲੇਪ ਹੈ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਅੰਮ੍ਰਿਤ ਨਾਮ ਮਨ ਹੈ ਆਧਾਰੋ। ਇਹ ਭਾਈ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਾਂ ਅਮਰ ਕਰਨ ਵਾਲਾ ਨਾਮ ਮੇਰੇ ਮਨ ਦਾ ਆਸਰਾ ਹੈ। ਜਿਨ ਦੀ ਆਤਿਸ ਕੈ ਕੁਰਬਾਨ। ਜਿਸ ਗੁਰਾਂ ਨੇ ਤੈਨੂੰ ਨਾਮ ਅੰਮ੍ਰਿਤ ਦਿੱਤਾ ਹੈ ਮੈਂ ਇਸ ਗੁਰਾਂ ਤੋਂ ਜਿਨ੍ਹੇ ਸੋ ਵਾਹਿਗੁਰੂ ਦਾ ਨਾਮ ਗੁਰਾਂ ਨੇ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਹੀ ਨਾਮ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ ਹੈ। ਤਿੰਨਾਂ ਗੁਰਾਂ ਦੇ ਉੱਪਰੋਂ ਗੁਰ ਪੂਰੇ ਨਮਸਕਾਰ। ਮੈਂ ਪੂਰੀਆਂ ਗੁਰਾਂ ਤੋਂ ਬਲਿਹਾਰ ਜਾਂਦਾ ਜਾਂ ਪੂਰਨ ਗੁਰੂ ਨੂੰ ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜੋ ਪਰ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਰਹਾਉ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਬੂਜੀ ਤ੍ਰਿਸ਼ਨਾ ਸਹਿਜ ਸੁਹਿਲਾ। ਜੋ ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਸੀਗੀ ਉਹ ਬੁਝ ਗਈ ਨਿਵਰਤ ਹੋ ਗਈ ਹੈ ਅਤੇ ਮਨ ਸਹਿਜ ਸ਼ਾਂਤੀ ਪੂਰਵਕ ਸੁਹੇਲਾ ਸੁਖੀ ਹੋ ਗਿਆ ਹੈ। ਕਾਮ ਕਰੋਧ ਬਿਖ ਝਾਰੋ। ਅਤੇ ਕਾਮ ਕ੍ਰੋਧ ਰੂਪ ਵਿਕਾਰਾਂ ਦੀ ਜ਼ਹਿਰ ਵੀ ਗੁਰਾਂ ਦੇ ਉਪਦੇਸ਼ ਦੁਆਰਾ ਬ੍ਰਹਮ ਅਭਿਆਸ ਰੂਪ ਅਗਨੀ ਦੇ ਨਾਲ ਸਾੜ ਦਿੱਤੀ ਹੈ। ਆਏ ਨਾ ਜਾਏ ਬਸੈ ਠਾਹਰ। ਹੁਣ ਮੇਰਾ ਮਨ ਕਿਤੇ ਨਾ ਤਾਂ ਆਉਂਦਾ ਹੈ ਭਾਵ ਸੰਕਲਪਾਂ ਵਿੱਚ ਨਾ ਹੀ ਕਿਤੇ ਜਾਂਦਾ ਹੈ। ਫੁਰਨਿਆਂ ਦੇ ਵਿੱਚ ਆਉਂਦਾ ਜਾਂਦਾ ਨਹੀਂ ਜਾਂ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਇਹ ਨਹੀਂ ਪਵੇਗਾ। ਜਹ ਆਸਣ ਨਿਰੰਕਾਰੋ। ਕਿਉਂਕਿ ਬਸੈ ਇਹ ਠਾਹਰ ਇਹ ਉਸ ਸਤਸੰਗਤ ਰੂਪੀ ਜਗ੍ਹਾ ਦੇ ਵਿੱਚ ਵਸਦਾ ਹੈ। ਜਹ ਆਸਣ ਨਿਰੰਕਾਰੋ ਜਿੱਥੇ ਨਿਰਾਕਾਰ ਸਰੂਪ ਪਰਮੇਸ਼ਰ ਦਾ ਸਿੰਘਾਸਨ ਹੈ ਜਾਂ ਪਰਮੇਸ਼ਰ ਅਸਥਿਤ ਹੈ ਜਾਂ ਮਨ ਆਉਂਦਾ ਜਾਂਦਾ ਨਹੀਂ ਕਿਉਂਕਿ ਹੁਣ ਇਹ ਸਤਸੰਗ ਦੇ ਨਾਲ ਮਿਲ ਕੇ ਉਸ ਤੁਰਿਆ ਪਦ ਰੂਪ ਜਗ੍ਹਾ ਵਿੱਚ ਵਸਦਾ ਜਿੱਥੇ ਨਿਰੰਕਾਰ ਨੇ ਆਪਣਾ ਆਸਣ ਲਾਇਆ ਹੋਇਆ ਹੈ।
ਏਕੈ ਪ੍ਰਗਟਾ ਏਕੈ ਗੁਪਤਾ। ਪਹਿਲਾ ਅਰਥ, ਇੱਕ ਪਰਮੇਸ਼ਰ ਆਪ ਹੀ ਪ੍ਰਗਟ ਸਰਗੁਣ ਸਰੂਪ ਹੈ। ਇੱਕ ਆਪ ਹੀ ਪਰਮੇਸ਼ਰ ਗੁਪਤ ਨਿਰਗੁਣ ਸਰੂਪ ਹੈ। ਤੂੰ ਹਿਰਦੈ ਗੁਪਤ ਵਸੈ ਹੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਏਕੈ ਧੁੰਦੁਕਾਰੋ ਇੱਕ ਪ੍ਰਭੂ ਨੇ ਆਪ ਹੀ ਮਾਇਆ ਤੇ ਅਵਿਦਿਆ ਰੂਪ ਧੁੰਦੁਕਾਰੋ ਕੁਪ ਹਨੇਰਾ ਪਾ ਛੱਡਿਆ ਹੈ। ਏਕੈ ਪ੍ਰਗਟਾ ਏਕੈ ਗੁਪਤਾ। ਦੂਸਰਾ ਅਰਥ, ਇੱਕ ਪਰਮੇਸ਼ਰ ਆਪ ਹੀ ਜਾਗਰਤ ਅਵਸਥਾ ਵਿੱਚ ਪ੍ਰਗਟ ਰੂਪ ਹੈ। ਇੱਕ ਪਰਮੇਸ਼ਰ ਸੁਪਨ ਅਵਸਥਾ ਵਿੱਚ ਆਪ ਹੀ ਗੁਪਤ ਰੂਪ ਹੈ। ਏਕੈ ਧੁੰਦੁਕਾਰੋ ਇੱਕ ਪਰਮੇਸ਼ਰ ਆਪ ਹੀ ਸੁਖੋਪਤ ਅਵਸਥਾ ਵਿੱਚ ਮਾਇਆ ਅਤੇ ਅਵਿਦਿਆ ਦਾ ਸਾਖੀ ਰੂਪ ਹੋ ਕੇ ਆਪ ਧੁੰਦੁਕਾਰ ਪਾਉਣ ਵਾਲਾ ਹੈ। ਇਸੇ ਪ੍ਰਕਾਰ ਏਕੈ ਪ੍ਰਗਟਾ ਏਕੈ ਗੁਪਤਾ। ਤੀਸਰਾ ਅਰਥ, ਇੱਕ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਆਪ ਹੀ ਵਾਹਿਗੁਰੂ ਪ੍ਰਗਟ ਰੂਪ ਹੈ ਅਤੇ ਇੱਕ ਮਨਮੁਖ ਪੁਰਖਾਂ ਦੇ ਹਿਰਦੇ ਅੰਦਰ ਆਪ ਹੀ ਗੁਪਤ ਰੂਪ ਹੈ। ਏਕੈ ਧੁੰਦੁਕਾਰੋ ਅਤੇ ਇੱਕ ਅਗਿਆਨੀਆਂ ਦੇ ਅੰਦਰ ਆਪ ਹੀ ਵਾਹਿਗੁਰੂ ਜੀ ਨੇ ਹਨੇਰਾ ਪਾ ਛੱਡਿਆ ਹੈ। ਭਾਵ ਅਗਿਆਨੀਆਂ ਨੂੰ ਪਰਮਾਰਥ ਅਤੇ ਵਿਵਹਾਰਕ ਦੇ ਰਸਤੇ ਦੀ ਸਮਝ ਵੱਲੋਂ ਹਨੇਰਾ ਹੀ ਪਾ ਛੱਡਿਆ ਹੈ। ਏਕੈ ਪ੍ਰਗਟਾ ਏਕੈ ਗੁਪਤਾ। ਚੌਥਾ ਅਰਥ, ਇੱਕ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪ੍ਰਗਟ ਕਰਨ ਵਾਲਾ ਉਤਪੰਨ ਕਰਨ ਵਾਲਾ ਹੈ। ਇੱਕ ਆਪ ਹੀ ਪਰਮੇਸ਼ਰ ਗੁਪਤ ਰੂਪ ਹੋ ਕੇ ਪਾਲਣਾ ਪੋਸਣਾ ਵੀ ਉਹੀ ਕਰਦਾ ਹੈ। ਏਕੈ ਧੁੰਦੁਕਾਰੋ ਅਤੇ ਇੱਕ ਪਰਮੇਸ਼ਰ ਆਪ ਹੀ ਨਿਰਵਿਕਲਪ ਸਮਾਧੀ ਸਰੂਪ ਹੈ। ਸ਼ਕਤੀ ਹੀ ਯੁਗ ਵਰਤੈ ਗੁਬਾਰੈ, ਤਾੜੀ ਲਾਈ ਅਪਰ ਅਪਾਰੈ, ਧੁੰਦੁਕਾਰ ਨਿਰਾਲਮ ਬੈਠਾ, ਨਾ ਤਾਂ ਧੰਦ ਪਸਾਰਾ ਹੈ। ਜਿਸ ਵਕਤ ਸ੍ਰਿਸ਼ਟੀ ਦੀ ਪੈਦਾਇਸ਼ ਤੋਂ ਪਹਿਲਾਂ ਛੱਤੀ ਯੁੱਗ ਉਹ ਧੁੰਦੁਕਾਰੀ ਵਰਤਿਆ, ਉਸ ਵਕਤ ਮਹਾਰਾਜ ਸਮਾਧੀ ਸਥਿਤ ਸੀਗਾ, ਨਿਰਵਿਕਲਪ ਸਰੂਪ ਸੀਗਾ। ਜਗਤ ਰਚਨਾ ਤੋਂ ਪਹਿਲਾਂ ਦਾ ਉਹ ਸਮਾਂ ਸੂਰਜ ਚੰਦ ਨ ਬਿਜਲ ਕਹਿ ਨਾਰਾ, ਅਕਥੀ ਕਥੋ ਚੇਨ ਨਹੀਂ ਕੋਈ ਪੂਰਹਿ ਮਨ ਭਾਵੀਂਦਾ। ਚੰਦ ਸੂਰਜ ਆਦਿਕ ਦੀ ਰੋਸ਼ਨੀ ਵੀ ਨਹੀਂ ਸੀ, ਜਦੋਂ ਪੰਜ ਤੱਤ ਵੀ ਨਹੀਂ ਸਨ ਰਚੇ, ਭਾਵ ਉਹਨਾਂ ਵਿੱਚ ਆਪਣੀ ਚੇਤਨ ਸੱਤਾ ਨਹੀਂ ਸੀ ਪਾਈ। ਉਹ ਧੁੰਦੁਕਾਰ ਦਾ ਸਮਾਂ ਸੀਗਾ, ਉਦੋਂ ਵੀ ਪਰਮੇਸ਼ਰ ਸਮਾਧੀ ਸਥਿਤ ਸੀ। ਏਕੈ ਪ੍ਰਗਟਾ ਏਕੈ ਗੁਪਤਾ। ਪੰਜਵਾਂ ਅਰਥ, ਇੱਕ ਨਾ ਬ੍ਰਹਮ ਗਿਆਨੀਆਂ ਦੇ ਅੰਦਰ ਪਰਮੇਸ਼ਰ ਪ੍ਰਗਟ ਰੂਪ ਹੈ, ਔਰ ਇੱਕ ਨਾ ਜਗਿਆਸੂਆਂ ਦੇ ਅੰਦਰ ਗੁਪਤ ਰੂਪ ਹੈ। ਭਾਵ ਉਹਨਾਂ ਨੂੰ ਪਰੋ ਗਿਆਨ ਹੁੰਦਾ ਹੈ। ਏਕੈ ਧੁੰਦੁਕਾਰੋ ਇੱਕ ਨਾ ਪਾਂਬਰ ਪੁਰਖਾਂ ਦੇ ਹਿਰਦੇ ਅੰਦਰ ਅਗਿਆਨ ਦਾ ਕੁਪ ਹਨੇਰਾ ਪਾ ਛੱਡਿਆ ਹੈ। ਇਹ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਕੀਤੇ ਹੋਏ ਪੰਜ ਅਰਥ ਆਪਨੇ ਸਰਵਣ ਕੀਤੇ ਨੇ। ਆਦ ਮਦ ਅੰਤ ਪ੍ਰਭ ਸੋਈ। ਆਦ ਮੁੱਢ ਵਿੱਚ, ਮੱਧ ਵਿਚਕਾਰਲੇ ਸਮੇਂ ਵਿੱਚ ਤੇ ਅੰਤ ਅਖੀਰਲੇ ਸਮੇਂ ਵਿੱਚ, ਜਾਂ ਤਿੰਨਾਂ ਕਾਲਾਂ ਵਿੱਚ ਉਹ ਪਰਮੇਸ਼ਰ ਆਪ ਹੀ ਵਿਆਪਕ ਹੈ।
ਕਹੋ ਨਾਨਕ ਸਾਚ ਵਿਚਾਰੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਸੱਚਾ ਵਿਚਾਰ ਕਥਨ ਕੀਤਾ ਹੈ। ਸਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਬਿਨ ਪ੍ਰਭ ਰਹਿਣ ਨ ਜਾਏ ਕਰੀ। ਦੁਨੀਆ ਦਾ ਪਤਾ ਨਹੀਂ ਕਿਵੇਂ ਸਰਦਾ ਵਿਹਲਿਆਂ ਦਾ, ਹੱਥ 'ਤੇ ਹੱਥ ਰੱਖ ਕੇ ਬੈਠੇ ਰਹਿੰਦੇ ਜਾਂ ਤਾਸ਼ ਖੇਡਦੇ ਰਹਿੰਦੇ, ਗੱਲਾਂ ਮਾਰਦੇ ਰਹਿੰਦੇ। ਰਾਤਾਂ ਹੀ ਬੜੀਆਂ ਲੰਮੀਆਂ ਨੇ। ਫਰੀਦਾ ਰਾਤੀ ਵੱਡੀਆਂ ਧੁੱਖ ਤੋਂ ਉੱਠਣ ਬਾਸ, ਸੁੱਤਾ ਵੀ ਕਿਹੜਾ ਜਾਂਦਾ। ਪਾਸੇ ਧੁੱਖ ਤੋਂ ਉੱਠਦੇ ਨੇ। ਤਿਗਤਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ। ਜਿਨ੍ਹਾਂ ਨੂੰ ਦੂਸਰੇ ਦੀ ਆਸ ਹੈ ਉਹਨਾਂ ਦੇ ਜੀਵਨ ਨੂੰ ਫਰੀਦ ਹੀ ਕਹਿੰਦੇ ਤ੍ਰਿਗਾਕਾਰ ਹੈ। ਅੱਜ ਨਾ ਸੁੱਤੀ ਕੰਧ ਸਿਓ ਅੰਗ ਮੁੜੇ ਮੁੜ ਜਾਏ। ਜਾਏ ਪੁੱਛੋ ਦੁਹਾਗਣੀ ਦੁਖੀ ਰਹਿਣ ਵਿਹਾਏ। ਅੱਜ ਸਾਡੀ ਬਿਰਤੀ ਪਰਮੇਸ਼ਰ ਦੇ ਨਾਮ ਦੇ ਵਿੱਚ, ਸ਼ਬਦ ਦੇ ਵਿੱਚ ਜੁੜਨ ਰੂਪ ਹੈ, ਸੁੱਤੀ ਨਹੀਂ। ਤੇ ਸਾਡਾ ਅੰਗ ਹਿਰਦਾ ਮੁੜ ਮੁੜ ਜਾ ਰਿਹਾ ਹੈ, ਕੰਗੜਾਈਆਂ ਲੈ ਰਿਹਾ ਹੈ। ਜਾ ਕੇ ਉਹਨਾਂ ਛੁੱਟੜਾਂ ਨੂੰ, ਮਨਮੁਖਾਂ ਨੂੰ ਪੁੱਛੋ ਕਿ ਤੁਸੀਂ ਆਪਦੇ ਦਿਨ ਅਤੇ ਰਾਤ ਦੁੱਖਾਂ ਦੇ ਵਿੱਚ ਕਿਵੇਂ ਬਤੀਤ ਪਏ ਕਰਦੇ ਹੋ। ਸੋ ਮਹਾਰਾਜ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ। ਮੋਹਿ ਰਹਿ ਨ ਬਿਹਾਵੈ ਨੀਤ ਨਾ ਆਵੈ। ਬਿਨ ਦੇਖੇ ਗੁਰ ਦਰਬਾਰੀ ਜੀਓ ਹੋਂ ਘੋਲੀ ਜੀਓ ਘੋਲ ਘੁਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਸਿਆਣਿਆਂ ਦਾ ਕਹਿਣਾ ਕਿ ਦਰਖਤ ਭਾਵੇਂ ਦਰਖਤ ਹੀ ਹੈ, ਇਕੱਲਾ ਤਾਂ ਉਹ ਵੀ ਮਾੜਾ ਹੈ, ਭਾਵੇਂ ਕਿਤੇ ਵੀ ਖੜਾ ਹੈ। ਤੋ ਸਾਧ ਸੰਗਤ ਕਹਿ ਚੱਲ ਰਹੇ, ਸੰਗਤ ਦੇ ਵਿੱਚ ਰਹਿਣਾ ਚਾਹੀਦਾ ਹੈ। ਸੰਗਤ ਤੋਂ ਬਗੈਰ ਤਾਂ ਸਾਡਾ ਇੱਕ ਮਿੰਟ ਗੁਜ਼ਾਰਾ ਨਹੀਂ, ਇੱਕ ਘੜੀ ਵੀ ਸਾਡੀ ਬਤੀਤ ਕਰਨੀ ਔਖੀ ਹੋ ਜਾਂਦੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮੈਜੋਰਿਟੀ ਵਿੱਚ ਰਹਿਣਾ ਚਾਹੀਦਾ ਹੈ। ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ, ਸੰਗਤ ਦੇ ਦਰਸ਼ਨਾਂ ਤੋਂ ਬਗੈਰ, ਗੁਰੂ ਸਾਹਿਬ ਜੀ ਦੀ ਹਾਜ਼ੂਰੀ ਤੋਂ ਬਗੈਰ ਇੱਕ ਘੜੀ ਵੀ ਗੁਰਮੁਖ ਪੁਰਖ ਤੋਂ ਰਿਹਾ ਨਹੀਂ ਜਾਂਦਾ। ਸਰਬ ਸੁਖ ਤਾਹੂ ਕੈ ਪੂਰਨ। ਉਸ ਗੁਰਮੁਖ ਦੇ ਅੰਦਰ ਸਾਰੇ ਸੁਖ ਪੂਰਨ ਲਬਾਲਬ ਭਰੇ ਹੋਏ ਹਨ। ਸਾਕੈ ਸੁਖ ਹਰੀ। ਜਿਸ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਸੁਖ ਹੈ ਜਾਂ ਹਰੀ ਪਰਮੇਸ਼ਰ ਦੀ ਪ੍ਰਾਪਤੀ, ਸਖਿਆਤਾ ਦਾ ਸੁਖ ਆਨੰਦ ਹੈ। ਰਹਾਉ ਸ਼੍ਰਾਮ ਦੇ ਕਰ ਫਰਮਾਨ ਕਰਦੇ ਨੇ। ਮੰਗਲ ਰੂਪ ਪ੍ਰਾਨ ਜੀਵਨ ਤਨ। ਜੋ ਪਰਮੇਸ਼ਰ ਆਨੰਦ ਸਰੂਪ ਪ੍ਰਾਣਾਂ ਨੂੰ ਦੇਣ ਵਾਲਾ, ਸਭ ਦਾ ਜੀਵਨ ਰੂਪ ਅਤੇ ਸਭ ਨੂੰ ਧਨ ਪਦਾਰਥ ਦੇਣ ਵਾਲਾ ਹੈ। ਸਿਮਰਤ ਆਨੰਦ ਕਨਾ। ਉਸ ਦਾ ਸਿਮਰਨ ਕਰਕੇ ਆਨੰਦੋ ਆਨੰਦ ਖਾਨਾ। ਮੈਂ ਸੋ ਪ੍ਰਭ ਡੀਠਾ ਰਾਮ ਚਾਖੀੜਾ ਚਾਖੀੜਾ ਮੈਂ ਹਰ ਰਸ ਮੀਠਾ ਰਾਮ। ਬਹੁਤ ਆਨੰਦ ਸੁਖ ਪ੍ਰਾਪਤ ਹੁੰਦਾ ਹੈ ਜਾਂ ਜੀਵਨ ਮੁਕਤੀ ਦੇ ਪ੍ਰਾਪਤੀ ਵਾਲਾ ਘਣਾ ਬ੍ਰਹਮਾਨੰਦ ਪ੍ਰਾਪਤ ਹੁੰਦਾ ਹੈ। ਵਡ ਸਮਰੱਥਾ ਸਦਾ ਸਦ ਸੰਗੇ। ਉਹ ਪਰਮੇਸ਼ਰ ਵੱਡਾ ਸਰਬ ਸ਼ਕਤੀਮਾਨ ਅਤੇ ਹਮੇਸ਼ਾ ਹਮੇਸ਼ਾ ਨਾਲ ਰਹਿਣ ਵਾਲਾ ਹੈ। ਹੁਨ ਰਸਨਾ ਕਵਨ ਪਨਾ। ਮੈਂ ਉਸ ਦੇ ਕਿਹੜੇ ਕਿਹੜੇ ਗੁਣ ਜ਼ਬਾਨ ਦੇ ਨਾਲ ਉਚਾਰਨ ਕਰਾਂ, ਕਿਉਂਕਿ
ਉਸ ਦੇ ਵਿੱਚ ਬੇਅੰਤ ਗੁਣ ਹਨ। ਧਾਨ ਪਵਿੱਤਰਾ ਮਾਨ ਪਵਿੱਤਰਾ। हे ਪਰਮੇਸ਼ਰ, ਜਿਸ ਥਾਂ ਤੇਰੇ ਨਾਮ ਜਪਣ ਵਾਲੀ ਸਤਸੰਗਤ ਜੁੜਦੀ ਹੈ ਉਹ ਅਸਥਾਨ ਵੀ ਪਵਿੱਤਰ ਉਜਲ ਹੈ। ਜਿੱਥੇ ਸਤਸੰਗਤ ਦਾ ਮਾਣ ਹੁੰਦਾ, ਸਤਿਕਾਰ ਹੁੰਦਾ, ਉਹ ਮਾਣ ਸਤਿਕਾਰ ਵਾਲਾ ਸਥਾਨ ਵੀ ਪਵਿੱਤਰ ਉਜਲਾ ਹੈ। ਪਵਿੱਤਰ ਸੁਨਨ ਕਹਿਣ ਹਾਰੇ। ਸਤ ਸੰਗਤ ਰੂਪ ਥਾਂ ਵਿੱਚ ਤੇਰਾ ਜਸ ਸਰਮ ਕਰਨ ਵਾਲੇ ਅਤੇ ਕਹਿਣ ਵਾਲੇ ਵੀ ਉਜਲ ਹਨ। ਜਾਂ ਇਸੇ ਪ੍ਰਕਾਰ ਧਾਨ ਪਵਿੱਤਰਾ ਮਾਨ ਪਵਿੱਤਰਾ। ਉਹ ਹਿਰਦਾ ਰੂਪੀ ਥਾਂ ਵੀ ਪਵਿੱਤਰ ਹੈ ਅਤੇ ਸ਼ਰਧਾ ਵਾਲਾ ਮਨ ਵੀ ਪਵਿੱਤਰ ਹੈ। ਪਵਿੱਤਰ ਸੁਨਨ ਕਹਿਣ ਹਾਰੇ। ਅਤੇ ਤੇਰੇ ਜਸ ਨੂੰ ਸਰਵਣ ਕਰਨ ਵਾਲੇ, ਕਹਿਣ ਵਾਲੇ, ਭਾਵ ਨਿਧਿਆਸਨ ਕਰਨ ਵਾਲੇ ਵੀ ਪਵਿੱਤਰ ਉਜਲ ਹਨਗੇ। ਇਸੇ ਪ੍ਰਕਾਰ ਧਾਨ ਪਵਿੱਤਰਾ ਮਾਨ ਪਵਿੱਤਰਾ। ਤੇਰਾ ਸਰੂਪ ਰੂਪੀ ਥਾਂ ਵੀ ਪਵਿੱਤਰ ਹੈ, ਮੰਨਣ ਗਿਆਨ ਵੀ ਪਵਿੱਤਰ ਹੈ। ਜਾਂ ਜਿਸ ਦੇ ਅੰਦਰ ਖਟ ਪ੍ਰਮਾਣਾਂ ਕਰਕੇ ਵਿਧੀ ਪੱਖ ਦੁਆਰਾ ਬ੍ਰਹਮ ਗਿਆਨ ਬਖਸ਼ਿਆ ਉਹ ਹਿਰਦਾ ਵੀ ਪਵਿੱਤਰ ਹੈ, ਕਿਉਂਕਿ ਉਸਨੇ ਵਿਧੀ ਪੱਖ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਸਾਰਿਆਂ ਦੇ ਅੰਦਰ ਤੇਰੇ ਸਰੂਪ ਨੂੰ ਵੇਖਣਾ ਕੀਤਾ ਹੈ। ਪਵਿੱਤਰ ਸੁਨਨ ਕਹਿਣ ਹਾਰੇ। ਤੇਰੇ ਜਸ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸੁਣਨ ਵਾਲੇ, ਪ੍ਰੀਤੀ ਰੂਪ ਰਸਨਾ ਨਾਲ ਕਥਨ ਕਰਨ ਵਾਲੇ ਵੀ ਪਵਿੱਤਰ ਹਨ। ਕਹੋ ਨਾਨਕ ਤੇ ਭਵਨ ਪਵਿੱਤਰਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਉਹ ਜਿਹੜੇ ਘਰ ਨੇ, ਪ੍ਰਤੱਖ ਘਰ ਜਾਂ ਸਰੀਰ ਰੂਪੀ ਘਰ ਜਾਂ ਤੁਰਿਆ ਪਾਦ ਰੂਪ ਘਰ ਉਜਲੇ ਹਨ। ਜਾਮ ਹੈ ਸੰਤ ਤੁਮਾਰੇ। ਜਿਸ ਵਿੱਚ ਤੇਰੇ ਸੰਤ ਮਹਾਤਮਾ ਜਨ ਵਸਦੇ ਹਨ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਥਨ ਕਰਦੇ ਨੇ। ਰਸਨਾ ਜਪਤੀ ਤੂੰ ਹੀ ਤੂੰ ਹੀ। ਵਾਹਿਗੁਰੂ 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 ਵਾਹਿਗੁਰੂ। हे ਪਰਮੇਸ਼ਰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਤੂੰ ਹੀ ਸਰਗੁਣ ਸਰੂਪ ਹੈ, ਤੂੰ ਹੀ ਨਿਰਗੁਣ ਸਰੂਪ ਹੈ। ਤੂੰ ਹੀ ਇਸ ਲੋਕ ਵਿੱਚ ਹੈ, ਤੂੰ ਹੀ ਪਰਲੋਕ ਵਿੱਚ ਹੈ। ਤੂੰ ਹੀ ਜੀਵ ਰੂਪ ਹੈ, ਤੂੰ ਹੀ ਈਸ਼ਰ ਰੂਪ ਹੈ। ਇਉਂ ਮੇਰੀ ਰਸਨਾ, ਮੇਰੀ ਜ਼ਬਾਨ ਹਰ ਵਕਤ ਤੈਨੂੰ ਹੀ ਜਪਦੀ ਰਹਿੰਦੀ ਹੈ। ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਮਨਾ ਦੇ ਕਿਨਾਰੇ ਗੁਰਦੁਆਰਾ ਸ੍ਰੀ ਪੌਂਡਾ ਸਾਹਿਬ ਸ੍ਰੀ ਅਕਾਲ ਤੋਂ ਉਸਤਤ ਉਚਾਰਦਿਆਂ ਹੋਈਆਂ ਤੂੰ ਹੀ 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 16,000 ਵਾਰ ਉਚਾਰ ਦਿੱਤਾ। ਫਿਰ ਸੋਚਿਆ ਕਿ ਗ੍ਰੰਥ ਤਾਂ ਇਹਦੇ ਨਾਲ ਹੀ ਭਰ ਜਾਵੇਗਾ। ਫਿਰ 16 ਵਾਰ ਰੱਖਿਆ ਸੀਗਾ। ਇਉਂ ਮਹਾਰਾਜ ਮੇਰੀ ਰਸਨਾ ਤੂੰ ਹੀ ਤੈਨੂੰ ਹੀ ਜਪਦੀ ਹੈ। ਮਾਤ ਗਰਭ ਤੁਮ ਹੀ ਪ੍ਰਤਪਾਲਕ। ਕਿਉਂ ਜਪਦੀ ਹੈ? ਕਿਉਂਕਿ हे ਪਰਮੇਸ਼ਰ ਮਾਤਾ ਦੇ ਉਦਰ ਵਿੱਚ ਵੀ ਤੂੰ ਹੀ ਪਾਲਣਾ ਕਰਨ ਵਾਲਾ ਹੈ। ਮਿੱਤਰ ਮੰਡਲਾ ਇੱਕ ਤੂੰ ਹੀ। ਮ੍ਰਿਤ ਮੰਡਲਾ ਇੱਕ ਤੂੰ ਹੀ। ਮ੍ਰਿਤ ਇਸ ਮਾਤ ਲੋਕ ਦੇ ਵਿੱਚ ਵੀ ਤੂੰ ਹੀ ਵਿਆਪਕ ਹੈ।
ਮਾਤਾ ਦੀ ਉਦਰ ਵਿੱਚ ਵੀ ਤੂੰ ਹੀ ਪਾਲਣਾ ਕਰਨ ਵਾਲਾ ਸੀ ਤੇ ਮਰਨ ਤੋਂ ਬਾਅਦ ਪਰਲੋਕ ਦੇ ਵਿੱਚ ਵੀ ਤੂੰ ਹੀ ਮਹਾਰਾਜ ਸਾਡਾ ਇੱਕ ਰਾਖਾ ਹੋਵੇਗਾ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ, ਤੁਮ ਹੈ ਪਿਤਾ ਤੁਮ ਹੀ ਬਨ ਮਾਤਾ। ਹੇ ਪਰਮੇਸ਼ਰ, ਤੂੰ ਹੀ ਨਿਮਿਤ ਕਾਰਨ ਹੋਣ ਕਰਕੇ ਪਿਤਾ ਰੂਪ ਹੈ, ਤੂੰ ਹੀ ਅਭਿੰਨ ਨਿਮਿਤ ਉਪਾਦਾਨ ਕਾਰਨ ਹੋਣ ਕਰਕੇ ਪੁਨः ਮਾਤਾ ਰੂਪ ਹੈ। ਤੇ ਫਿਰ ਤੁਮ ਹੈ ਮੀਤ ਹਿਤ ਭਰਾਤਾ। ਤੂੰ ਹੀ ਮਿੱਤਰ ਹਿਤੂ ਅਤੇ ਭਰਾ ਰੂਪ ਹੈ। ਜਾਂ ਮਿੱਤਰ ਭਾਈ ਗੁਰਦਾਸ ਜੀ ਆਦਿਕ, ਹਿਤੂ ਬਾਬਾ ਬੁੱਢਾ ਸਾਹਿਬ ਜੀ ਆਦਿਕ ਅਤੇ ਭਰਾ ਮਹਾਦੇਵ ਆਦਿਕ ਵੀ ਤੂੰ ਹੀ ਹੈ। ਇਸੇ ਪ੍ਰਕਾਰ ਤੁਮ ਹੈ ਪਿਤਾ ਤੁਮ ਹੀ ਬਨ ਮਾਤਾ। ਤੂੰ ਹੀ ਸੰਤੋਖ ਰੂਪ ਪਿਤਾ ਹੈ, ਤੂੰ ਹੀ ਪੁਨः ਖਿਮਾ ਰੂਪ ਮਾਤਾ ਹੈ ਅਤੇ ਤੂੰ ਹੀ ਤੁਮ ਹੈ ਮੀਤਾ ਹਿਤ ਭਰਾਤਾ। ਰਾਗ ਬਵੇ ਖਟ ਸਮਦੀ ਮਮੋਕਿਸ਼ਾ ਰੂਪ ਮਿੱਤਰ, ਸਤ ਸੰਦੋਖ ਦੇ ਆਦਿਕ ਸ਼ੁਭ ਗੁਣਾ ਰੂਪ ਹੇਤੂ ਤੇ ਸ਼੍ਰਵਣ ਮੰਨਨ ਨਿਧਿਆਸਨ ਰੂਪ ਭਰਾ ਰੂਪ ਹੈ। ਤੁਮ ਪਰਵਾਰ ਤੁਮ ਹੈ ਆਧਾਰਾ। ਤੂੰ ਹੀ ਮੇਰਾ ਪ੍ਰਤੱਖ ਪਰਿਵਾਰ ਰੂਪ ਹੈ, ਤੂੰ ਹੀ ਮੇਰਾ ਭਗਤੀ ਦੇਵੀ ਸੰਪਦਾ ਰੂਪ ਪਰਿਵਾਰ ਹੈ, ਔਰ ਤੂੰ ਹੀ ਮਨ ਦਾ ਆਸਰਾ ਰੂਪ ਹੈ। ਤੁਮ ਹੈ ਜੀ ਪ੍ਰਾਨ ਦਾਤਾ। ਤੂੰ ਹੀ ਸਾਰੇ ਜੀਵਾਂ ਨੂੰ ਪ੍ਰਾਣ ਦੇਣ ਵਾਲਾ ਦਾਤਾ ਹੈ। ਜਾਂ ਪ੍ਰਾਣ ਪਹਿਚਾਣੀਏ ਕਿ ਤੂੰ ਹੀ ਇੱਕ ਦਾਤਾ ਸਭ ਜਗਤ ਭਿਖਾਰੀ ਹੈ, ਹਰ ਜਾਚੈ ਹੈ ਸਭ ਮੰਗ ਮੰਗਣਾ। ਤੁਮ ਹੈ ਖਜ਼ੀਨਾ ਤੁਮ ਹੈ ਜਰੀਨਾ। ਤੂੰ ਹੀ ਖਜ਼ਾਨਾ ਰੂਪ ਹੈ, ਤੂੰ ਹੀ ਜਰੀਨਾ ਸੋਨੇ ਦਾ ਲਟਾਪਟਾ ਅਮੋਲਕ ਪਦਾਰਥ, ਸੋਨੇ ਦੀਆਂ ਤਾਰਾਂ ਦੁਆਰਾ ਤਿਆਰ ਕੀਤਾ ਬਸਤਰ, ਜਰੀ ਬਾਫਤੀ ਦਾ ਬਸਤਰ ਹੈ। ਇਸੇ ਪ੍ਰਕਾਰ ਤੁਮ ਹੈ ਖਜ਼ੀਨਾ ਤੁਮ ਹੈ ਜਰੀਨਾ। ਤੂੰ ਹੀ ਸਾਧ ਸੰਗਤ ਦਾ ਹਿਰਦਾ ਰੂਪ ਖਜ਼ਾਨਾ ਹੈ, ਤੂੰ ਹੀ ਪ੍ਰੇਮ ਰੂਪ ਜਰੀ ਬਾਫਤੀ ਦਾ ਬਸਤਰ ਹੈ। ਇਸੇ ਪ੍ਰਕਾਰ ਤੁਮ ਹੈ ਖਜ਼ੀਨਾ ਤੁਮ ਹੈ ਜਰੀਨਾ। ਤੂੰ ਹੀ ਸੰਤ ਜਨਾਂ ਦੇ ਹਿਰਦੇ ਰੂਪ ਹੈ, ਸ਼ੁਭ ਗੁਣ ਦਾ ਖਜ਼ਾਨਾ ਬਣਿਆ ਹੋਇਆ ਹੈ। ਤੂੰ ਹੀ ਨਾਮ ਰੂਪ ਦੌਲਤ ਹੈ। ਤੁਮ ਹੀ ਮਾਨਕ ਲਾਲਾ। ਤੂੰ ਹੀ ਲਾਲ ਅਤੇ ਮਾਨਕ ਵਾਤਾ ਮੂਲਕ ਹੈ। ਜਾਂ ਤੂੰ ਹੀ ਸ਼੍ਰਵਣ ਮੰਨਨ ਨਿਧਿਆਸਨ ਰੂਪ ਮਾਨਕ ਅਤੇ ਪ੍ਰੇਮ ਰੂਪੀ ਲਾਲ ਹੈ। ਤੁਮ ਹੈ ਪਾਰ ਜਾਤ ਗੁਰ ਤੇ ਪਾਏ। हे ਪਰਮੇਸ਼ਰ, ਤੂੰ ਹੀ ਕਲਪੱਤਰ ਬ੍ਰਿਕਸ਼ ਦੀ ਤਰ੍ਹਾਂ ਸਭ ਪਦਾਰਥਾਂ ਨੂੰ ਦੇਣ ਵਾਲਾ ਹੈ। ਜਾਂ ਅਭਿਆਸ ਰੂਪ ਕਲਪੱਤਰ ਬ੍ਰਿਕਸ਼ ਹੈ। ਜਦ ਸਤਿਗੁਰਾਂ ਤੋਂ ਉਪਦੇਸ਼ ਲੈ ਕੇ ਤੈਨੂੰ ਪਾਉਣਾ ਕੀਤਾ, ਤੋ ਨਾਨਕ ਭਏ ਨਿਹਾਲਾ। ਤਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਅਸੀਂ ਨਿਹਾਲ ਹੋ ਗਏ, ਦੁੱਖਾਂ ਤੋਂ ਰਹਿਤ ਹੋ ਗਏ ਹਾਂ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਜਾਹੂ ਕਾਹੂ ਆਪਣੋ ਹੀ ਚਿਤ ਆਵੈ। ਜਿਸ ਕਿਸੇ ਨੂੰ ਵੀ ਬਿਪਤਾ ਵੇਲੇ ਆਪਣਾ ਪਿਆਰਾ ਸੰਬੰਧੀ ਹੀ ਚੇਤੇ ਆਉਂਦਾ ਹੈ। ਇਸੇ ਪ੍ਰਕਾਰ ਜਿੱਥੇ ਕਿਤੇ ਵੀ ਲੋੜ ਪਵੇ ਮੈਨੂੰ ਆਪਣਾ ਪਿਆਰਾ ਪਰਮੇਸ਼ਰ ਹੀ ਚੇਤੇ ਆਉਂਦਾ ਹੈ। ਜੋ
ਕਾਹੂ ਕੋ ਚੇਰੋ ਹੋਵਤ। ਜਿਹੜਾ ਕੋਈ ਕਿਸੇ ਦਾ ਸੇਵਕ ਹੁੰਦਾ ਹੈ ਤਾ ਕਰਹੀ ਪਹਿ ਜਾਵੈ। ਉਹ ਆਪਣੇ ਸਵਾਮੀ ਦੇ ਕੋਲ ਹੀ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਪਣੇ ਪਹਿ ਦੁਖ ਆਪਣੇ ਪਹਿ ਸੁਖ। ਆਪਣੇ ਪਿਆਰੇ ਮਾਲਕ ਦੇ ਕੋਲ ਹੀ ਦੁੱਖ ਦੀ ਨਿਵਰਤੀ ਵਾਸਤੇ ਕਹੀਦਾ ਹੈ, ਆਪਣੇ ਪਿਆਰੇ ਮਾਲਕ ਕੋਲ ਹੀ ਸੁਖ ਦੀ ਪ੍ਰਾਪਤੀ ਵਾਸਤੇ ਬੇਨਤੀ ਕਰੀਦੀ ਹੈ। ਆਪਣੇ ਹੀ ਪਹਿ ਬਿਰਥਾ ਅਤੇ ਆਪਣੇ ਪਿਆਰੇ ਮਾਲਕ ਦੇ ਕੋਲ ਹੀ ਪੀੜਾ ਹਾਲਤ ਬਿਆਨ ਕਰੀਦੀ ਹੈ। ਆਪਣੇ ਪਹਿਮਾਨ ਆਪਣੇ ਪਹਿਤਾਨਾ। ਆਪਣੇ ਪਿਆਰੇ ਮਾਲਕ ਦੇ ਕੋਲ ਜਾ ਕੇ ਉਸ ਦਾ ਹੀ ਸਤਿਕਾਰ ਕਰੀਦਾ ਹੈ ਜਾਂ ਆਪਣੇ ਮਾਲਕ ਦੇ ਉੱਤੇ ਹੀ ਮਾਣ ਕਰੀਦਾ ਹੈ। ਆਪਣੇ ਪਿਆਰੇ ਮਾਲਕ ਦੇ ਕੋਲ ਭਾਵ ਮਾਲਕ ਦੇ ਹੀ ਤਨ ਬਲ ਹੁੰਦਾ ਹੈ। ਆਪਣੇ ਹੀ ਪਹਿ ਅਰਥਾ ਆਪਣੇ ਪਿਆਰੇ ਮਾਲਕ ਦੇ ਕੋਲ ਹੀ ਪਦਾਰਥਾਂ ਦੀ ਪ੍ਰਾਪਤੀ ਬਾਬਤ ਕਹੀਦਾ ਹੈ। ਇਸ ਪ੍ਰਕਾਰ ਆਪਣੇ ਪਹਿਮਾਨ ਆਪਣੇ ਪਹਿਤਾਨਾ। ਆਪਣੇ ਪਿਆਰੇ ਗੁਰਾਂ ਦੇ ਕੋਲ ਭਾਵ ਗੁਰਾਂ ਦੇ ਉੱਤੇ ਹੀ ਮਾਣ ਕਰੀਦਾ ਜਾਂ ਆਸਰਾ ਲੈਣਾ ਕਰੀਦਾ ਤੇ ਆਪਣੇ ਗੁਰਾਂ ਦੇ ਕੋਲੋਂ ਹੀ ਵਿਵੇਕ ਰੂਪ ਬਲ ਲੈਣਾ ਕਰੀਦਾ ਹੈ। ਆਪਣੇ ਹੀ ਪਹਿ ਅਰਥਾ ਆਪਣੇ ਗੁਰਾਂ ਦੇ ਕੋਲੋਂ ਹੀ ਲੋਕ ਪਰਲੋਕ ਦੇ ਪਦਾਰਥਾਂ ਦੀ ਪ੍ਰਾਪਤੀ ਬਾਬਤ ਬੇਨਤੀ ਕਰੀਦੀ ਹੈ ਜਾਂ ਆਪਣੇ ਪਿਆਰੇ ਗੁਰਾਂ ਦੇ ਕੋਲ ਹੀ ਅਰਥ ਸੰਸਾਰੀ ਦੁੱਖਾਂ ਜਾਂ ਜੰਮਣ ਮਰਨ ਦੇ ਦੁੱਖਾਂ ਦੀ ਨਿਵਰਤੀ ਅਰਥ ਯਾਨੀ ਵਾਸਤੇ ਕਹੀਦਾ ਹੈ। ਆਪਣੇ ਪਿਆਰੇ ਗੁਰਾਂ ਦੇ ਕੋਲ ਹੀ ਆਤਮਿਕ ਆਨੰਦ ਰੂਪੀ ਸੁਖ ਦੀ ਪ੍ਰਾਪਤੀ ਵਾਸਤੇ ਬੇਨਤੀ ਕਰੀਦੀ ਹੈ। ਆਪਣੇ ਪਿਆਰੇ ਗੁਰਾਂ ਦੇ ਕੋਲ ਹੀ ਵਿਦਿਆ ਦੀ ਬਿਰਥਾ ਪੀੜਾ ਮਿਟਣ ਵਾਸਤੇ ਬੇਨਤੀ ਕਰੀਦੀ ਹੈ। ਕਿਨਹੀ ਰਾਜ ਜੋ ਬਨ ਧਨ ਮਿਲਖਾ। ਕਿਸੇ ਨੇ ਰਾਜ ਭਾਗ ਪਾ ਲਿਆ, ਕਿਸੇ ਨੇ ਜਵਾਨੀ ਵਿੱਚ ਖੁਸ਼ੀ ਮਾਣ ਲਈ ਹੈ ਤੇ ਕਿਸੇ ਨੇ ਧਨ ਦੌਲਤ ਇਕੱਠੀ ਕਰ ਲਈ ਹੈ, ਕਿਸੇ ਨੇ ਜਗੀਰਾਂ ਬਣਾ ਲਈਆਂ ਨੇ। ਗੋਰਿਆਂ ਦੀ ਟੌਟੀ ਕਰਕੇ ਲੋਕਾਂ ਨੇ ਕਿਲੇ ਲੈ ਲਏ, ਜਗੀਰਦਾਰ ਬਣ ਗਏ ਤੇ ਮੁੰਡੇ ਮਰਵਾ ਕੇ ਨਸ਼ੇ ਵੇਚ ਕੇ ਅਰਬਾਂ ਕਰੋੜਾਂ ਰੁਪਈਏ ਇਕੱਠੇ ਕਰ ਲਏ। ਰਾਜ ਭਾਗ ਗੱਦੀਆਂ ਕੁਰਸੀਆਂ ਉਹਨਾਂ ਦੇ ਭਾਣੇ ਤੇ ਉਹਨਾਂ ਦੀ ਉਹ ਆਜ਼ਾਦੀ ਹੈ। ਬਾਕੀ ਜਿਹੜੇ ਆਮ ਗਰੀਬ ਬੰਦੇ ਨੇ ਉਹਨਾਂ ਨੂੰ ਤਾਂ ਆਜ਼ਾਦੀ ਦਾ ਅੱਜ ਤੱਕ ਕੋਈ ਲਾਭ ਕੋਈ ਫਾਇਦਾ ਨਹੀਂ ਹੋਇਆ। ਇਹੋ ਮਹਾਰਾਜ ਕਹਿੰਦੇ ਨੇ ਵੀ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਸਭ ਦੁਨੀਆ ਆਪੋ ਤਾਪ ਦੇ ਵਿੱਚ ਪਈ ਹੋਈ ਹੈ। ਕਿਨਹੀ ਬਾਪ ਮਹਤਾਰੀ। ਕਿਸੇ ਨੇ ਆਪ ਦੇ ਪਿਓ ਨਾਲ, ਕਿਸੇ ਨੇ ਮਾਂ ਦੇ ਨਾਲ ਮੋਹ ਲਾਇਆ ਹੋਇਆ, ਆਸਰਾ ਲਿਆ ਹੋਇਆ ਹੈ। ਮਤਲਬ ਦੁਨੀਆ ਦੇ ਵਿੱਚ ਸਮਾਈ ਉਸੇ ਬੰਦੇ ਦੀ ਹੈ, ਭਾਵੇਂ ਘਰ ਦੇ ਵਿੱਚ ਹੈ ਤੇ ਭਾਵੇਂ ਬਾਹਰ ਹੈ। ਪਾਰਟੀ ਤਾਂ ਬਣਾਉਣੀ ਪਊਗੀ। ਜੇ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਤੇ ਫਿਰ ਕੋਈ ਕੰਮ ਹੀ ਨਹੀਂ ਹੋਊਗਾ। ਘਰ ਦੀ ਵੀ ਮਾਂ ਦੇ ਪਿਓ ਦੀ ਵੱਖੋ ਵੱਖਰੀ ਪਾਰਟੀ ਕਲਯੁਗ ਦਾ ਸਮਾਂ। ਤੋ ਇਸ ਵਾਸਤੇ ਕਿਸੇ ਨੇ ਆਪਦੀ ਮਾਂ ਦੇ ਨਾਲ ਮੋਹ ਪਾਇਆ, ਕਿਸੇ ਨੇ ਪਿਓ ਨਾਲ, ਕਿਸੇ ਨੇ ਰਾਜੇ ਨਾਲ, ਕਿਸੇ ਨੇ ਜਗੀਰਦਾਰ ਨਾਲ, ਕਿਸੇ ਨੇ ਪੈਸੇ ਇਕੱਤਰ ਕਰਕੇ ਰਿਸ਼ਵਤ ਦੇ ਕੇ ਲੋਕਾਂ ਨੂੰ ਅਪਣਾਇਆ ਹੋਇਆ ਹੈ। ਇਸੇ ਪ੍ਰਕਾਰ ਕਿਨਹੀ ਰਾਜ ਜੋ ਬਨ ਧਨ ਮਿਲਖਾ। ਕਿਸੇ ਨੇ ਗਿਆਨ ਰੂਪੀ ਰਾਜ ਦੀ ਇੱਛਾ ਕੀਤੀ ਹੈ, ਕਿਸੇ ਨੇ ਸ਼ੌਕ ਅਵਸਥਾ ਰੂਪ ਜੋਬਨ ਦੀ ਇੱਛਾ ਕੀਤੀ ਹੈ, ਕਿਸੇ ਨੇ ਸ਼ੁਭ ਗੁਣ ਰੂਪ ਧਨ ਦੀ ਇੱਛਾ ਕੀਤੀ ਹੈ, ਕਿਸੇ ਨੇ ਕਰੁਣਾ ਮਦਤਾ
ਮੈਤਰੀ ਰੂਪ ਜਗੀਰਾਂ ਦੀ ਇੱਛਾ ਕੀਤੀ ਹੈ। ਕਿਨਹਿ ਬਾਪ ਮਹਤਾਰੀ ਕਿਸੇ ਨੇ ਸੰਤੋਖ ਰੂਪ ਪਿਤਾ ਤੇ ਖਿਮ ਰੂਪ ਮਾਤਾ ਦੀ ਓਟ ਲਈ ਹੈ। ਸਰਬ ਥੋਕ ਨਾਨਕ ਗੁਰ ਪਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਾਂ ਭਾਈ ਸਤਿਗੁਰਾਂ ਨੂੰ ਹੀ ਪਾ ਕੇ ਸਾਰੇ ਜਿੰਨੇ ਵੀ ਥੋਕ ਪਦਾਰਥ ਧਰਮ ਅਰਥ ਕਾਮ ਮੋਖ ਆਦਿਕ ਗੁਰਦੁਆਰਿਓਂ ਹੀ ਪਾ ਲਏ ਨੇ, ਗੁਰਾਂ ਦੇ ਚਰਨਾਂ ਵਿੱਚੋਂ ਹੀ। ਇਸੇ ਪ੍ਰਕਾਰ ਸਰਬ ਥੋਕ ਨਾਨਕ ਗੁਰ ਪਾਏ। हे ਗੁਰੂ ਜੀ, ਤੇਰੀ ਪ੍ਰਾਪਤੀ ਕਰਕੇ ਸਾਰੇ ਨਾਮ ਪ੍ਰੇਮ ਗਿਆਨ ਆਦਿਕ ਸਾਰੇ ਪਦਾਰਥ ਤੇਰੇ ਚਰਨਾਂ ਵਿੱਚੋਂ ਹੀ ਪਾ ਲਏ ਨੇ। ਮਹਾਂਪੁਰਖਾਂ ਦਾ ਹੁਕਮ ਹੈ ਕਿ ਗੁਰਦੁਆਰੇ ਦਾ ਜੋ ਗ੍ਰੰਥੀ ਹੁੰਦਾ ਹੈ ਉਹ ਕਿਸੇ ਵੀ ਪਾਰਟੀ ਵਿੱਚ ਨਾ ਆਵੇ, ਕਿਉਂਕਿ ਇੱਥੇ ਤਾਂ ਸਾਰਿਆਂ ਨੇ ਅਰਦਾਸ ਕਰਾਉਣੀ ਹੁੰਦੀ ਹੈ। ਅਤੇ ਜੇ ਪਾਰਟੀਬਾਜ਼ੀ 'ਚ ਪੈ ਗਿਆ ਫਿਰ ਉਹ ਗੁਰੂ ਘਰ ਸਾਂਝਾ ਕਿਵੇਂ ਰਿਹਾ? ਇਹੀ ਤਾਂ ਸਾਂਝੀ ਵਾਲਤਾ ਹੈ। ਤੋ ਇਸ ਲਈ ਇਹ ਬਾਹਰੀ ਤੌਰ 'ਤੇ ਵੀ ਅਤੇ ਅੰਤਰੀ ਤੌਰ 'ਤੇ ਵੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਸਭਨਾਂ ਲਈ ਸਾਂਝਾ ਹੈ। ਆਪਾਂ ਤਾਂ ਇੱਥੋਂ ਹੀ ਸਭ ਕੁਝ ਪ੍ਰਾਪਤ ਕਰਨਾ ਹੈ ਅਤੇ ਕਰ ਰਹੇ ਹਾਂ ਅਤੇ ਕੀਤਾ ਹੋਇਆ ਹੈ। ਭਾਵੇਂ ਕੋਈ ਜਿੰਨਾ ਮਰਜ਼ੀ ਰਾਜਾ ਬਣ ਜਾਏ, ਜਿੰਨਾ ਮਰਜ਼ੀ ਜਗੀਰਦਾਰ ਬਣ ਜਾਏ, ਸਾਨੂੰ ਤਾਂ ਕਿਸੇ ਨੇ ਕੁਛ ਨਹੀਂ ਦੇਣਾ, ਨਾ ਕੋਈ ਸਾਨੂੰ ਦੇਣ ਜੋਗਾ ਹੈ। ਆਹ ਜਿਹੜੀ ਕਥਾ ਹੈ ਜਾਂ ਕੀਰਤਨ ਹੈ ਜਾਂ ਨਾਮ ਹੈ ਜਾਂ ਮਹਾਰਾਜ ਦੀ ਸੋ ਪ੍ਰੇਮ ਦੀ ਸ਼ਰਧਾ ਦੀ ਸ਼ਾਂਤੀ ਹੈ, ਉਹ ਤਾਂ ਗੁਰੂ ਦੇ ਚਰਨਾਂ 'ਚੋਂ ਹੀ ਮਿਲੂਗੀ ਨਾ, ਕੋਈ ਇਨਸਾਨ ਥੋੜ੍ਹਾ ਦੇ ਸਕਦਾ ਹੈ। ਅਤੇ ਇਸ ਲਈ ਮਹਾਰਾਜ ਦਾ ਬਚਨ ਹੈ ਵੀ ਮਾਨਵ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕ ਹੈ ਭਗਵਾਨ। ਇਹੀ ਨਿਸ਼ਚਾ ਹੋਣਾ ਚਾਹੀਦਾ ਗੁਰੂ ਘਰ ਦੇ ਸੇਵਾਦਾਰਾਂ ਦੇ ਮਨਾਂ ਵਿੱਚ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੇਵਕਾਂ ਦੇ ਮਨਾਂ ਵਿੱਚ। ਪੂਰਨ ਆਸ ਹਮਾਰੀ। ਇਸ ਲਈ ਤੇਰੇ ਚਰਨਾਂ 'ਚ ਅਰਦਾਸ ਕਰਕੇ ਹੀ ਸਾਡੀ ਆਸਾ ਪੂਰੀ ਹੋਈ ਹੈ, ਪੂਰੀ ਹੋ ਰਹੀ ਹੈ, ਪੂਰੀ ਹੋਵੇਗੀ। ਗੁਰੂ ਦੀ ਪ੍ਰਾਪਤੀ ਕਰਕੇ ਸਾਡੀ ਸਾਰੀ ਉਮੀਦ ਆਸਾ ਸੰਪੂਰਨ ਹੋ ਗਈ ਹੈ। ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ, ਨਰਕ ਭਰੈ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਨੇ। ਝੂਠੋ ਮਾਇਆ ਕੋ ਮਦ ਮਾਨ। ਇਹ ਜੀਵ ਜੋ ਮਾਇਆ ਦਾ ਤੂੰ ਅਹੰਕਾਰ ਸਿਰ ਤੇ ਚੁੱਕੀ ਫਿਰਦਾ ਹੈ, ਇਹ ਜਿਹੜੀ ਤੂੰ ਸ਼ਰਾਬ ਪੀਤੀ ਹੋਈ ਹੈ ਮਾਇਆ ਦੀ, ਮਾਇਆ ਮਦ ਮਾਤਾ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮਾਇਆ ਦੀ ਸ਼ਰਾਬ ਪੀ ਕੇ ਤੈਨੂੰ ਬੋਲਣਾ ਵੀ ਨਹੀਂ ਆ ਰਿਹਾ। ਇਹ ਨਸ਼ਾ ਜਿਹੜਾ ਝੂਠਾ ਹੈ। 4 ਦਿਨ अपनी नौबत चले बजाए, इतन को खटिया गठिया मटिया संग न कश ले जाए। ये जो माया रूप शराब का हंकार है ये झूठा है। इनू पी के तू हर वक्त एवें सिर घुमाउंदा रहिंदा, घुमण घेरी विच पिया रहिंदा है। त्रो मोह दूर कर बपरे। हे विचारिया, हे तुष जीव, किसे नाल धोखेबाजी ना कर, किसे नाल छल ना कर। रब नूं जान देनी है, किसे नूं मोह करके आपदे मगर ला के उहदा नुकसान ना कर। सो भोले भाले ਜਿਹੜੇ ਲੋਕ ਹੁੰਦੇ ਨੇ, ਚੁਸਤ ਚਲਾਕ ਬੰਦੇ, ਉਹਨਾਂ ਨੂੰ ਕੋਈ ਲਾਲਚ ਦਿਖਾ ਕੇ ਆਪ ਦੇ ਪਿੱਛੇ ਲਾ ਕੇ ਕਬੂਤਰ ਫੜਨਾ ਹੋਵੇ ਤੇ ਦਾਣਾ ਪਾਈਦਾ, ਇਉਂ ਫਰੀ ਦਾ ਲਾਲਚ ਦੇ ਕੇ ਆਪਣੇ ਪਿੱਛੇ ਲਾ ਲੈਂਦੇ ਨੇ ਤੇ ਫਿਰ ਵਸ ਕਰਕੇ ਉਹਨਾਂ ਨੂੰ ਦੁਖੀ ਕਰਦੇ ਨੇ, ਮਨ ਮਰਜ਼ੀ ਦੇ ਕੰਮ ਕਰਾਉਂਦੇ ਨੇ। ਇਸ ਲਈ ਬੱਚਿਆਂ ਨੂੰ ਇਹੀ ਸਮਝਾਈਦਾ ਵੀ ਕਿਸੇ ਕੋ ਕੁਝ ਲੈ ਕੇ ਨਹੀਂ ਖਾਣਾ,
ਟੌਫੀ ਆਦਿਕ ਦਾ ਛੋਟੀ ਜਿਹੀ ਵਸਤੂ ਦਾ ਹੀ ਲਾਲਚ ਦੇ ਕੇ ਤੇ ਲੋਕ ਬੱਚੇ ਚੁੱਕ ਕੇ ਅੱਗੇ ਜਾਂਦੇ। ਇਸ ਵਾਸਤੇ ਇਹੋ ਜਿਹਾ ਜਿਹੜਾ ਕੰਮ ਕਰਨਾ ਇਹ ਬਹੁਤ ਵੱਡਾ ਬੱਜਰ ਪਾਪ ਹੈ, ਇਹਨੂੰ ਦੂਰ ਕਰ ਦੇ। ਇਹ ਤਿਆਦਕ ਜਿਹੜੀਆਂ ਚੁਸਤੀਆਂ ਨੇ ਇਹਨਾਂ ਨੂੰ ਪਰੇ ਕਰ ਦੇ, ਨਿਵਰਤ ਕਰ ਦੇ। ਸੰਗ ਗੋਪਾਲ ਜਾਨ ਅਤੇ ਪ੍ਰਿਥਵੀ ਦੇ ਮਾਲਕ ਪਰਮੇਸ਼ਰ ਨੂੰ ਹਰ ਵਕਤ ਆਪਣੇ ਅੰਗ ਸੰਗ ਜਾਣ ਕੇ ਕੇਵਲ ਉਸੇ ਨਾਲ ਪਿਆਰ ਕਰ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਿਥਿਆ ਰਾਜ ਜੂਬਨ ਅਰੇ ਉਮਰੇ। ਜੋ ਤੂੰ ਰਾਜ ਭਾਗ ਦਾ ਹੰਕਾਰ ਪਿਆ ਕਰਦਾ ਹੈ, ਜਵਾਨੀ ਦਾ ਹੰਕਾਰ ਕਰਦਾ ਹੈ, ਇਹਦੇ ਵਿੱਚ ਵਿਸ਼ੇ ਭੋਗਣ ਅਤੇ ਉਮਰਾਵ ਸੂਬੇਦਾਰ ਨੰਬਰਦਾਰ ਥਾਣੇਦਾਰ ਇਤਿਆਦਿਕ ਬਣਨ ਦੀ ਇੱਛਾ ਰੱਖਦਾ ਹੈ। ਨੀਰ ਮਲਕ ਅਰ ਖਾਨ ਇਹ ਮਿਥਿਆ ਸਭ ਝੂਠੇ ਅਣਹੋਏ ਹੀ ਕਲਪੇ ਹੋਏ ਨੇ। ਲੋਕਾਂ ਦਾ ਕੀ ਹੈ, ਜੋ ਮਰਜ਼ੀ ਬੋਲੀ ਜਾਂਦੇ, ਹਰੇਕ ਨੂੰ ਹੀ ਲੰਬੜਦਾਰ ਕਹੀ ਜਾਣਗੇ। ਤੋ ਇਸ ਲਈ ਮੀਰ ਪਾਤਸ਼ਾਹ ਜਿਹੜੇ ਹਰੇਕ ਨੂੰ ਹੀ ਸ਼ਾਹ ਜੀ ਕਹੀ ਜਾਣਗੇ। ਮਲਕ ਬਲੋਚਾਂ ਦੇ ਵਿੱਚੋਂ ਵੱਡੇ ਸੁਲਤਾਨ ਅਤੇ ਪਠਾਣਾਂ ਦੀ ਪਦਵੀ ਜਾਂ ਸਰਦਾਰਾਂ ਦੇ ਪਠਾਣਾਂ ਦੀ ਪਦਵੀ ਇਤਿਆਦਿਕ ਜਿਹੜੇ ਅਹੁਦੇ ਦੀ ਇੱਛਾ ਰੱਖਦਾ ਹੈ, ਇਹ ਸਭ ਉਹਦੇ ਨਾਸ਼ਵਾਨ ਹਨ, ਲੋਕਾਂ ਦੇ ਦਿੱਤੇ ਹੋਏ ਨੇ ਤੇ ਉਹ ਲੈ ਵੀ ਸਕਦੇ ਹਨ। ਇਸ ਲਈ ਇਹਨਾਂ ਦਾ ਤੂੰ ਮਾਣ ਨਾ ਕਰ। ਮਿਥਿਆ ਕਾਪਰ ਸੁਗੰਧ ਚਤੁਰਾਈ। ਕੱਪੜੇ ਵਸਤਰਾਂ ਦੇ ਉੱਪਰ ਸਾਨੂੰ ਤਾਂ ਉਹੀ ਜ਼ੁਕਾਮ ਲੱਗ ਜਾਂਦਾ, ਨੱਕ ਬੰਦ ਹੋ ਜਾਂਦਾ। ਜੇ ਕੋਈ ਛਿੜਕੇ ਵੀ ਉਹ ਧੂਪ ਵੀ ਦਿਖਾਏ ਨੂੰ ਕਹੀਦਾ ਵੀ ਥੋੜ੍ਹਾ ਜਿਹਾ ਪਰਾਂ ਗੇਟ ਲਾਗੇ। ਤੋ ਇਸ ਲਈ ਇਹ ਸਭ ਫਜ਼ੂਲ ਦੀਆਂ ਬਾਤਾਂ ਹਨ। ਮੈਂ ਤਾਂ ਇਹ ਵੀ ਸੁਣਿਆ ਵੀ ਇਹਦੇ ਝਲਕੋਲ ਪੈਂਦਾ, ਜਿੰਨੇ ਵੀ ਸੈਂਟ ਇਤਿਆਦਿਕ ਨੇ। ਅਤੇ ਆਹ ਜਿਹੜੇ ਨੈਚੁਰਲੀ ਮਾਲੀ ਜੇ ਟੈਚੀ ਫੜ ਕੇ ਵੇਚਦੇ ਹੁੰਦੇ ਬੜੇ ਬੜੇ ਕੀਮ ਦੇ, ਉਹ ਵੀ ਜਿੱਥੇ ਤੁਪਕਾ ਡਿੱਗ ਗਿਆ, ਰੁਮਾਲੀ ਕਿਹੜਾ ਧੋਈ ਦੇ ਨੇ, ਉਹਨਾਂ ਤੋਂ ਦਾਗ ਨਹੀਂ ਜਾਂਦਾ, ਉਹਦੇ 'ਤੇ ਮਿੱਟੀ ਪੈ ਕੇ ਦਾਗ ਪੱਕਾ ਹੋ ਜਾਂਦਾ। ਜੇ ਰੂੰ ਦੇ ਨਾਲ ਲਾਓ ਤਾਂ ਥੋੜ੍ਹਾ ਬਹੁਤਾ ਲਾਭ ਹੁੰਦਾ। ਇਸ ਤਰ੍ਹਾਂ ਜਿਹੜੇ ਕੱਪੜਿਆਂ ਦੀ ਤਰਫਲੇਲ ਛਿੜਕਣਾ, ਸੈਂਟ, ਰੂਮ ਫਰੈਸ਼ਰ ਆਦਿ ਤਾਂ ਨੱਕ ਜ਼ੁਕਾਮ ਦਾ ਹੀ, ਨਸੀਰ ਫੁੱਟਣ ਦਾ ਹੀ ਕਾਰਨ। ਅੱਖਾਂ ਘੁੰਮ ਜਾਂਦੀਆਂ, ਮਰ ਲਾਲ ਹੋ ਜਾਂਦੀਆਂ, ਸਿਰ ਦਰਦ ਹੋਣ ਲੱਗ ਪੈਂਦਾ। ਸਾਨੂੰ ਤਾਂ ਇਹਨਾਂ ਚੀਜ਼ਾਂ ਤੋਂ ਐਲਰਜੀ ਹੈ। ਤੋ ਸੁਗੰਧਿਤ ਪਦਾਰਥ ਜਿਹੜੇ ਨੇ ਇਹ ਬਿਲਕੁਲ ਬਿਮਾਰੀ ਦਾ ਕਾਰਨ ਨੇ, ਫਜ਼ੂਲ ਦੇ ਹਨ। ਅਤੇ ਵਾਕਾਂ ਦੇ ਨਾਲ ਜਿਹੜੀ ਚਤੁਰਾਈ, ਸਿਆਣਪ ਦੀਆਂ ਗੱਲਾਂ ਕਰਨੀਆਂ, ਗੱਪਾਂ ਹੀ ਮਾਰੀ ਜਾਣੀਆਂ, ਗੱਪਾਂ ਹੀ ਮਾਰੀ ਜਾਣੀਆਂ, ਕਰਨਾ ਕੁਛ ਹੈ ਨਹੀਂ ਅਤੇ ਗੱਲਾਂ ਦਾ ਖਟਿਆ ਖਾਈ ਜਾਣਾ। ਮਹਾਰਾਜ ਕਹਿੰਦੇ ਨੇ ਇਹ ਮਿਥਿਆ ਸਭ ਨਾਸ਼ਵਾਨ ਹਨ। ਮਿਥਿਆ ਭੋਜਨ ਪਾਨ। ਕਈ ਪ੍ਰਕਾਰ ਦੇ ਭੋਜਨ ਖਾਣੇ, ਪੀਣ ਵਾਲੇ ਪਦਾਰਥ ਪੀਣੇ, ਪਾਨਾ ਆਦਿਕ ਨੂੰ ਚੱਬਣਾ, ਇਹ ਸਭ ਨਾਸ਼ਵਾਨ ਹਨ। ਦੀਨ ਬੰਦਰੋ ਦਾਸ ਦਾਸਰੋ। ਜੋ ਪਰਮੇਸ਼ਰ ਗਰੀਬਾਂ ਦਾ ਸੰਬੰਧੀ ਹੈ, ਉਹਦੇ ਦਾਸ, ਸੇਵਕਾਂ ਦਾ ਦਾਸ ਬਣਨਾ ਕਰ। ਸੰਤਹ ਕੀ ਸਾਰਾਨ। ਅਤੇ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕੇ ਨਿਹਾਲ ਹੋਣਾ ਕਰ। ਇਹ ਫਜ਼ੂਲ ਦੀਆਂ ਬਾਤਾਂ ਛੱਡ ਦੇ। ਆ ਤੁਹਾਡੇ ਇਲਾਕੇ ਦੇ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਜੱਟ ਸਾਧ ਸੀਗੇ, ਆਪਦੀ ਪੈਲੀ 'ਚ ਹਲ ਵਾਹ ਕੇ ਰੋਟੀ ਖਾਂਦੇ ਸੀ। ਕਹਿੰਦੇ ਗੁਰਮੁਖੋ ਜਿੱਥੇ ਵੀ ਜਾਣਾ, ਕਹਿੰਦੇ 5 ਚੀਜ਼ਾਂ ਛੱਡ ਦਿਓ, ਗੰਢਾ, ਅਦਰਕ, ਲਸਣ, ਥੋਮ ਆਦਿਕ, ਮਿਰਚ ਮਸਾਲਾ ਅਤੇ ਚਾਹ। ਕਹਿੰਦੇ ਬਿਮਾਰੀ ਖਤਮ ਹੋ ਜਾਏਗੀ। ਆਪਦੇ ਧੀਆਂ ਦਾ ਵਿਆਹ ਕੀਤਾ, ਬਰਾਤ ਨੂੰ ਵੀ ਉਹਨਾਂ ਸਾਗ ਅਤੇ ਮੱਕੀ ਦੇ ਪ੍ਰਸ਼ਾਦੇ ਹੀ ਛਕਾਏ। ਅਤੇ ਇਹ ਨਹੀਂ ਵੀ ਉਹ ਕੋਈ ਟੇਸਟੀ ਨਹੀਂ, ਵੀ ਜੇ ਲੂਣ ਦੇ ਹਲਦੀ ਦੇ ਘਿਓ ਪਾਇਆ ਜਾਂ ਮਿਰਚ ਮਸਾਲਾ ਨਹੀਂ, ਉਹ ਤਾਂ ਵੱਧ ਟੇਸਟੀ ਲੱਗਦੇ। ਇਸ ਵਾਸਤੇ ਇਹ ਫਜ਼ੂਲ ਦੀਆਂ ਬਾਤਾਂ
ਖੱਦਰ ਦੇ ਕੱਪੜੇ ਉਹ ਪਾਉਂਦੇ, ਸਾਧ ਮੁਰਾਦੇ ਢੰਗ ਨਾਲ ਵਿਚਰਦੇ। ਜਿੰਨਾ ਪੈਸਾ ਅੱਜ ਕੱਲ੍ਹ ਸਾਡਾ ਰੋਟੀ 'ਤੇ ਬਰਬਾਦ ਹੁੰਦਾ, ਉਹ ਆਪਾਂ ਕਹਿੰਦੇ ਹਾਂ ਵੀ ਆਪਾਂ ਕੁਛ ਨਹੀਂ ਖਾਂਦੇ ਜੀ, ਅਸੀਂ ਤਾਂ ਮਿੱਠਾ ਛੱਡਿਆ ਹੋਇਆ। ਅਤੇ ਆਹ ਜਿਹੜਾ ਸ਼ੋਅ ਮੇਲਾ ਕਰੀਦਾ, ਲੱਖਾਂ ਰੁਪਈਆ ਇਹਦੇ 'ਤੇ ਬਰਬਾਦ ਹੋ ਜਾਂਦਾ ਪਲੇਟ ਸਿਸਟਮ ਦੇ ਨਾਲ। ਇਸ ਵਾਸਤੇ ਉਹਨਾਂ ਬੰਦਾ ਖਾਂਦਾ ਨਹੀਂ, ਨਾ ਹੀ ਖਾ ਸਕਦਾ ਜਿੰਨਾ ਵਰਾਨ ਹੁੰਦਾ ਹੈ। ਇਸ ਲਈ ਖਾਣ ਦਾ ਸਿਸਟਮ ਸਾਡਾ ਖਾਸ ਕਰਕੇ ਵਿਆਹਾਂ ਸ਼ਾਦੀਆਂ ਦੇ ਸਹੀ ਹੋਣਾ ਚਾਹੀਦਾ ਹੈ। ਜੋ ਗੁਰੂ ਦੇ ਲੰਗਰ ਦੀ ਮਰਿਆਦਾ ਹੈ, ਮੈਂ ਤਾਂ ਸੋਚਦਾ ਵੀ ਇਹ ਸਭ ਤੋਂ ਉੱਤਮ ਹੈ। ਜਿੰਨਾ ਅਸੀਂ ਪਲੇਟਾਂ ਦੇ ਖਰਚਦੀਆਂ, ਇੰਨੇ ਜਿੱਦਾਂ ਸਾਰਾ ਪਿੰਡ ਰੋਟੀ ਖਾ ਸਕਦਾ। ਜਿੰਨੀ ਮਰਜ਼ੀ ਵਧੀਆ ਸਬਜ਼ੀ ਬਣਾਓ, ਰੋਟੀ ਦਾ ਅਤੇ ਸਬਜ਼ੀ ਦਾ ਤਾਂ ਖਰਚਾ ਹੀ ਕੋਈ ਨਹੀਂ, ਖਰਚਾ ਹੀ ਪਲੇਟ ਦਾ। ਜਿਹੜੀ ਮਿੰਟ ਨਹੀਂ ਲਾਉਂਦੀ ਟੁੱਟਣ ਲੱਗਿਆ, ਅਤੇ ਆਉਂਦਾ ਕੁਛ ਵੀ ਨਹੀਂ। ਉਹਦੇ 'ਚ ਉਹ ਦਹੀਂ ਤੁਰਿਆ ਫਿਰਦਾ, ਉਹਦੀ ਸਬਜ਼ੀ, ਉਹਦੇ 'ਚ ਚੌਲ, ਕੋਈ ਚੱਜ ਤੱਕ ਨਾ ਕੋਈ ਖਾਣਾ ਨਾ ਗੱਲ ਨਾ ਬਾਤ। ਪਤਾ ਨਹੀਂ ਪੜ੍ਹਾਈ ਲਿਖਾਈ ਕਿਹੜੀ ਹੈ, ਇਹ ਪੜ੍ਹਿਆਂ ਲਿਖਿਆਂ ਦਾ ਕਿਹੋ ਜਿਹਾ ਖਾਣਾ ਹੈ, ਨਾ ਕੋਈ ਕੌਲੀ ਨਾ ਗੱਲ ਨਾ ਬਾਤ। ਅਤੇ ਇਸ ਵਾਸਤੇ ਇਹ ਕੇਵਲ ਸ਼ੋਅ ਮੇਲਾ ਹੀ ਹੈ। ਮਹਾਰਾਜ ਕਹਿੰਦੇ ਵੀ ਇਹ ਜਿਹੜੇ ਕੱਪੜੇ ਕੁਪੜੇ ਨੇ, ਦਾਜ ਵਰੀਆਂ ਨੇ, ਲੱਖਾਂ ਹਜ਼ਾਰਾਂ ਰੁਪਈਏ ਦੇ, ਆਹ ਜਿਹੜੀਆਂ ਸੁਗੰਧੀਆਂ ਨੇ, ਸੈਂਟ ਅਤਰ ਫਲੇਲ ਆਦਿਕ ਦੀਆਂ, ਅਤੇ ਆਹ ਜਿਹੜੇ ਗਾਣੇ ਬਾਣੇ ਨੇ, ਚਤਰਾਈਆਂ ਨੇ ਵਾਕਾਂ ਦੀਆਂ, ਆਹ ਜਿਹੜੇ ਭੋਜਨ ਨੇ ਖਾਣ ਪੀਣ ਵਾਲੇ ਉਲਟੇ ਸਿੱਧੇ ਜੇ, ਅਤੇ ਆਹ ਜਿਹੜੇ ਪੀਣ ਵਾਲੇ ਪਦਾਰਥ ਨੇ, ਕੋਲਡ ਡਰਿੰਕਾਂ ਆਦਿਕ ਨਸ਼ੇ ਵਾਲੇ, ਪਾਣੀ ਵੀ ਅੱਜ ਕੱਲ੍ਹ ਖਾਰੇ ਚੱਲ ਪਏ ਨਸ਼ੇ ਵਾਲੇ। ਅਤੇ ਇਸ ਵਾਸਤੇ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਨਾਸ਼ਵਾਨ ਫਜ਼ੂਲ ਨੇ। ਕਹਿਣ ਦਾ ਮਤਲਬ ਹੈ ਇਹਨਾਂ ਦਾ ਜਿਹੜਾ ਮਾਣ ਹੈ, ਇਹਨਾਂ ਦੇ ਜਿਹੜਾ ਸ਼ੋਅ ਮੇਲਾ ਕਰਨਾ, ਇਹਦਾ ਕੋਈ ਅਰਥ ਨਹੀਂ ਹੈ, ਕੋਈ ਮਤਲਬ ਨਹੀਂ। ਤੋ ਇਹਦੇ ਨਾਲ ਤਾਂ ਬੰਦਾ ਕਰਜ਼ਾਈ ਹੁੰਦਾ ਅਤੇ ਦੁਖੀ ਹੁੰਦਾ ਹੈ। ਮੰਗਨ ਮੰਗੋ ਹੋਏ ਅਚਿੰਤਾ। ਇੱਕ ਪੰਕਤੀ ਰਹਿ ਗਈ। ਦੀਨ ਬੰਦਰੋ ਦਾਸ ਦਾਸਰੋ। ਜੋ ਪਰਮੇਸ਼ਰ ਗਰੀਬਾਂ ਦਾ ਸੰਬੰਧੀ, ਉਹਦੇ ਦਾਸ ਸੇਵਕਾਂ ਦਾ ਦਾਸ ਬਣਨਾ ਕਰ। ਗਰੀਬੀ ਦਾਵੇ ਦੇ ਵਿੱਚ ਰਹਿ ਕੇ ਮਾਇਆ ਨੂੰ ਜੇ ਪਰਮੇਸ਼ਰ ਨੇ ਦਿੱਤੀ ਹੈ, ਅਤੇ ਕਿਸੇ ਅਰਥ ਕਿਸੇ ਲੋੜਵੰਦ ਦੇ ਕੰਮ ਆ ਜਾਏ, ਇਸ ਤਰੀਕੇ ਦੇ ਨਾਲ ਉਹਨੂੰ ਖਰਚਣਾ ਚਾਹੀਦਾ ਹੈ। ਤਹ ਕੀ ਸਾਰਾਨ। ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕੇ ਨਿਹਾਲ ਹੋਣਾ ਕਰ। ਜਿਹੜੇ ਮਹਾਂਪੁਰਖਾਂ ਨੇ ਆਪ ਦਾ ਜੀਵਨ ਸਾਦਗੀ ਢੰਗ ਦੇ ਨਾਲ ਜਿਉਇਆ, ਸਾਧ ਮੁਰਾਦੇ ਜੀਵਨ ਵਿੱਚ ਰਹਿ ਕੇ ਔਰ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ। ਅੱਜ 24 ਦਸੰਬਰ ਹੈ। ਅੱਜ ਦੇ ਦਿਨ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਸਾਡੇ ਵਰਗੇ ਅਨੇਕਾਂ ਹੀ ਬੱਚਿਆਂ ਨੂੰ ਆਪ ਦੀ ਬੁੱਕਲ ਦੇ ਵਿੱਚ ਲੁਕੋ ਕੇ ਜੂਨ 84 ਤੋਂ ਬਾਅਦ 86 87 ਵਿੱਚ ਕਾਫੀ ਤੱਤੀਆਂ ਹਵਾਵਾਂ ਵਗੀਆਂ, ਉਹਨਾਂ ਤੋਂ ਬਚਾ ਕੇ ਗੁਰਮਤਿ ਦੀ ਪੜ੍ਹਾਈ ਦੇ ਨਾਲ ਜੋੜ ਕੇ ਤੋ ਸਤਸੰਗਤ ਦੇ ਆਨੰਦ ਪ੍ਰਾਪਤ ਕਰਾਏ, ਆਪ ਦੇ ਨਾਲ ਰੱਖ ਕੇ ਗੁਰਮਤਿ ਪ੍ਰਚਾਰ ਕਰਵਾਇਆ, ਕਥਾ ਕੀਰਤਨ ਦੀ ਲਾਗ ਲਾਈ, ਔਰ ਅਨੇਕਾਂ ਹੀ ਸੰਗਤਾਂ ਦੇ ਵਿੱਚ ਵਿਚਰ ਕੇ ਅਨੇਕਾਂ ਦਾ ਭਲਾ ਕੀਤਾ। ਸਾਰੀ ਉਮਰ ਸੇਵਾ ਸਿਮਰਨ ਦੇ ਵਿੱਚ ਲਾਈ। ਸੋ ਆਪ ਦੇ ਘਰੋਂ ਵੀ ਜਿਤਨੀ ਮਾਇਆ ਠੇਕਾ ਆਦਿਕ ਸਭ ਮਾਇਆ ਪਦਾਰਥ ਸੰਗਤ ਦੇ ਵਿੱਚ ਖਰਚ ਕੀਤੇ। ਸੋ ਐਸੇ ਮਹਾਂਪੁਰਖ ਅੱਜ ਦੇ ਦਿਨ ਹਮੇਸ਼ਾ ਹਮੇਸ਼ਾ ਲਈ ਸਾਨੂੰ ਸਦੀ ਵੀ ਵਿਛੋੜਾ ਦੇ ਗਏ। 24 ਦਸੰਬਰ ਅੱਜ ਦੇ ਦਿਨ ਉਹਨਾਂ ਦੀ ਸਾਲਾਨਾ ਬਰਸੀ ਮਨਾਈ ਜਾਂਦੀ ਹੈ। ਜਿੱਥੇ ਜਿੱਥੇ ਵੀ ਉਹਨਾਂ ਦੇ ਸੰਗੀ, ਉਹਨਾਂ ਦੇ ਪ੍ਰੇਮੀ ਹਨ। ਸੇਵਕ ਕੀ ਓਟ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਐਸੇ ਮਹਾਂਪੁਰਖ ਜਿਹੜੇ ਸਾਦਗੀ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਰਹੇ। ਬੰਬੇ ਜਥਾ ਸੀਗਾ, ਪ੍ਰੇਮੀਆਂ ਨੇ ਮੈਨੂੰ ਦੱਸਿਆ ਕਿ ਬਾਬਾ ਜੀ ਲੰਗਰ ਦੀ ਸੇਵਾ ਕਰਦੇ, 35 ਟਰੱਕਾਂ ਦੇ ਸੰਗਤ ਦਾ
ਇਕੱਲੇ ਹੀ ਭੋਜਨ ਤਿਆਰ ਕਰਦੇ, ਜਾਣੀ ਜਥੇਦਾਰੀ ਦੇ ਰੂਪ 'ਚ ਸੇਵਕਾਂ ਨੂੰ ਨਾਲ ਲੈ ਕੇ ਸੰਗਤ ਦਾ ਭੋਜਨ ਤਿਆਰ ਕਰਨਾ। ਪ੍ਰੇਮੀਆਂ ਦੇ ਮਨ 'ਚ ਆਇਆ ਵੀ ਇਹਨਾਂ ਨੂੰ ਇੱਕ ਜੋੜਾ ਪਵਾਈਏ। ਕਹਿੰਦੇ ਬਾਬਾ ਜੀ ਤੁਹਾਡਾ ਜੋੜਾ ਮਸਤਾਨਾ ਹੋ ਗਿਆ, ਚਲੋ ਤੁਹਾਨੂੰ ਜੋੜਾ ਲੈ ਕੇ ਦੇਣਾ। ਕਹਿੰਦੇ ਚਲੋ ਭਾਈ। ਸਾਰੀਆਂ ਦੁਕਾਨਾਂ ਫਿਰ ਕੇ ਹੰਭ ਗਏ, ਕਿਤੇ ਜੋੜਾ ਪਸੰਦ ਨਾ ਆਇਆ। ਕਹਿੰਦੇ ਸਾਡੇ ਮਨ 'ਚ ਭੁਲੇਖਾ ਸੀਗਾ ਵੀ ਖਬਰਿਆ ਕੋਈ ਕੀਮਤੀ ਜੋੜਾ ਚਾਹੁੰਦੇ ਹੋਣਗੇ, ਤੇ ਜੋੜਾ ਕਿਹੜਾ ਪਾਇਆ? ਪਲਾਸਟਿਕ ਦਾ। ਅਸੀਂ ਖੁਦ ਆਪ 100 ਰੁਪਏ ਦੀ ਜਲਸਾ ਉਦੋਂ ਆਉਂਦਾ ਸੀਗਾ, 100 ਰੁਪਏ ਦੀ ਜੁੱਤੀ ਲੈ ਕੇ ਦੇਣੀ। ਜਦ ਬਰੂਹਾਂ ਤੋਂ ਨਿਕਲਣਾ, ਗੁਰਦੁਆਰੇ ਦੇ ਅੰਦਰ ਆਉਣਾ ਤੇ ਕਹਿਣਾ, ਕਦੀ ਮੈਨੂੰ ਪੁੱਛਣਾ ਕਦੀ ਹੋਰ ਨੂੰ, ਤੁਹਾਡੇ ਜੇਬ 'ਚ ਪੈਸੇ ਹਨ? ਮਤਲਬ ਆਪਦੀ ਜੇਬ ਖਾਲੀ ਹੋਣੀ, ਮੱਥਾ ਟੇਕਣ ਜੋਗੇ 10 ਰੁਪਏ ਜਾਂ 100 ਰੁਪਈਆ ਵੀ ਜੇਬ 'ਚ ਨਾ ਰੱਖਣਾ। ਸਭ ਸੰਗਤ ਦੀ ਸੇਵਾ ਦੇ ਵਿੱਚ ਉਹਨਾਂ ਨੇ ਲਾਇਆ। ਕਦੀ ਵੀ ਕਿਸੇ ਕਿਸਮ ਦਾ ਪਦਾਰਥ ਦਾ, ਧਨ ਦਾ ਮੋਹ ਨਹੀਂ ਕੀਤਾ। ਇਹੋ ਜਿਹੇ ਮਹਾਂਪੁਰਖ ਜਿਹੜੇ ਸਾਦਗੀ ਜੀਵਨ ਜਿਉਂਦੇ ਰਹੇ, ਉਹਨਾਂ ਮਹਾਂਪੁਰਖਾਂ ਦੀ ਸ਼ਰਨ ਦੇ ਵਿੱਚ ਪੈ ਕੇ ਦਾਸਾਂ ਦਾ ਦਾਸ ਬਣਨਾ ਕਰ, ਕੱਪੜਿਆਂ ਦਾ ਲਾਲਚ, ਸੁਗੰਧੀ ਦਾ ਲਾਲਚ ਅਤੇ ਖਾਣ ਪੀਣ ਦਾ ਲਾਲਚ ਤਿਆਗ ਕੇ ਕੇਵਲ ਪਰਮੇਸ਼ਰ ਦੀ ਪ੍ਰਾਪਤੀ, ਸਤ ਸੰਗਤ ਦੇ ਵਿੱਚ ਕਥਾ ਕੀਰਤਨ ਦੇ ਨਾਲ ਤੂੰ ਪ੍ਰੇਮ ਕਰ। ਮੰਗਨ ਮੰਗੋ ਹੋਈ ਅਚਿੰਤਾ, ਅਤੇ ਇਹ ਵਾਹਿਗੁਰੂ ਮੈਂ ਤੇਰੇ ਪਾਸੋਂ ਮੰਗਣ ਵਾਲਾ ਹੋ ਕੇ ਇਹੀ ਦਾਤ ਮੰਗਦਾ ਕਿ ਮੇਰਾ ਮਨ ਚਿੰਤਾ ਮੁਕਤ ਹੋ ਜਾਏ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕਮਈ। ਅਸੀਂ ਚਿੰਤਾ ਤੋਂ ਰਹਿਤ ਹੋ ਜਾਵੀਏ ਜੀ, ਤੇਰੇ ਅਚਿੰਤ ਸਰੂਪ ਦੀ ਪ੍ਰਾਪਤੀ ਵਾਲਾ ਸਾਡਾ ਮਨ ਹੋ ਜਾਵੇ। ਮਿਲ ਨਾਨਕ ਕੇ ਹਰ ਪ੍ਰਾਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, ਇਹ ਮੇਰੇ ਪ੍ਰਾਣਾਂ ਦੀ ਆਸਰਾ ਰੂਪ ਹਰੀ ਪਰਮੇਸ਼ਰ, ਤੂੰ ਮੈਨੂੰ ਆ ਕੇ ਮਿਲਣਾ ਕਰ, ਤੇ ਮੈਂ ਤੇਰੇ ਪਾਸੋਂ ਮੰਗਣ ਵਾਲਾ ਹੋ ਕੇ ਇਹੀ ਦਾਤ ਮੰਗਦਾ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ। ਦਰਗਹਿ ਜਾਪੈ ਸਈ, ਕਿ ਮੈਂ ਚਿੰਤਾ ਤੋਂ ਰਹਿਤ ਹੋ ਕੇ ਤੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ, ਤੁਰ ਕੀ ਬਾਣੀ ਨਾਲ ਜੁੜਿਆ ਰਹਾਂ, ਬਾਣੀ ਦਾ ਪਾਠ ਕਰਦਾ ਰਹਾਂ, ਬਾਣੀ ਦੇ ਉੱਪਰ ਚੌੜ ਚਲਾਉਂਦਾ ਰਹਾਂ, ਬਾਣੀ ਦਾ ਪ੍ਰਕਾਸ਼ ਕਰਦਾ ਰਹਾਂ, ਬਾਣੀ ਦੇ ਸੁਖ ਆਸਨ ਦੀ ਸੇਵਾ ਵਿੱਚ ਤੇ ਬਾਣੀ ਦੇ ਆਸਣ ਸਵਾਰਦਾ ਰਹਾਂ। ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਹੀ ਪ੍ਰਚਾਰ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਸਿੱਖ ਦਾ ਜਨਮ ਗੁਰਬਾਣੀ ਦੀ ਸੇਵਾ ਲਈ ਹੁੰਦਾ ਹੈ, ਇਸ ਲਈ ਮੈਂ ਹਮੇਸ਼ਾ ਆਪ ਦੀ ਸੰਗਤ ਦੇ ਵਿੱਚ ਗੁਰਬਾਣੀ ਨਾਲ ਜੁੜਿਆ ਰਹਾਂ ਜੀ, ਜੋ ਚਿੰਤਾ ਤੋਂ ਮੁਕਤ ਕਰਨੇ ਵਾਲੀ ਹੈ। ਸਤਿਗੁਰੂ ਮਹਾਰਾਜ ਰਹਿਮਤ ਕਰਨ। ਸਾਡੀ ਅਰਦਾਸ ਬੇਨਤੀ ਗੁਰੂ ਚਰਨਾਂ 'ਚ ਪ੍ਰਵਾਨ ਹੋਵੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਦੀਨ ਬੰਦਰੋ ਦਾਸ ਦਾਸਰੋ, ਸੰਤਹ ਕੀ ਸਾਰਾਨ। ਮੰਗਨ ਮੰਗੋ ਹੋਏ ਚਿੰਤਾ, ਮਿਲ ਨਾਨਕ ਕੇ ਹਰ ਪ੍ਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ।